ठीक है ना डॉक्टर? की होया सी इहनूं? ਵੇਖੋ ਪ੍ਰੈਗਨੈਂਸੀ ਦੇ ਫਸਟ 3 ਮੰਥਸ ਬੜੇ ਕ੍ਰੂਸ਼ੀਅਲ ਹੁੰਦੇ ਨੇ। ਆਮ ਸ਼ੋਰ ਹੈਗਾ ਤੁਹਾਨੂੰ ਡਾਕਟਰ ਗੁਰਵੀਰ ਨੇ ਵੀ ਦੱਸੀ ਹੋਵੇਗੀ। ਇਹਨਾਂ 3 ਮਹੀਨਿਆਂ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਡਾਈਟ ਚਾਰਟ ਵਿੱਚ ਕਲੀਅਰ ਲਿਖਿਆ ਹੈ ਕਿ ਕੌਫੀ ਪੀਣਾ ਮਨਾ ਹੈ, ਪਰ ਤੁਸੀਂ ਫਿਰ ਵੀ ਇਹਨੇ ਕੇਅਰ ਦੱਸੋ। पर मैं तो कॉफी पीती नहीं डॉक्टर। ऐसा की है मोना? सब कुछ जानते हुए भी तू एहो जी बेवकूफी किवें कर सकती है? ये उत्तर तो झूठ भी बोल रही है। सॉरी दीदी, वो ना मेरा दिल कर रहा सी ते मैं सोचा एक अद्धे कॉफी दे कप नाल की हो जाना है। ये सारी गलती ना तेरी है पावनी बहू। तैनू ਇਹਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਕੀ ਖਾਂਦੀ ਹੈ ਕੀ ਪੀਂਦੀ ਹੈ ਤੈਨੂੰ ਸਭ ਕੁਝ ਪਤਾ ਹੋਣਾ ਚਾਹੀਦਾ। ਤੁਹਾਨੂੰ ਬੱਚਾ ਚਾਹੀਦਾ ਨਾ ਤਾਂ ਲਾਪਰਵਾਹੀਆਂ ਛੱਡ ਦੇ। ਅੱਜ ਕੱਲ ਪਤਾ ਨਹੀਂ ਤੇਰਾ ਧਿਆਨ ਕਿੱਥੇ ਰਹਿੰਦਾ ਸਾਰਾ ਦਿਨ। ਵੇਖੋ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ, ਸਭ ਕੁਝ ਅੰਡਰ ਕੰਟਰੋਲ ਹੈ। ਬਸ ਇਹਨਾਂ ਦੀ ਹੁਣ ਥੋੜੀ ਜ਼ਿਆਦਾ ਕੇਅਰ ਕਰਨੀ ਪਊਗੀ। ਤੁਸੀਂ ਕੱਲ ਇਹਨਾਂ ਨੂੰ ਕਲੀਨਿਕ ਲੈ ਆਓ ਨਾ, ਕੁਝ ਇੰਜੈਕਸ਼ਨ ਲੱਗਣੇ ਨੇ। डॉक्टर मैं ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਸੀ। ਜਾਂ ਪਲੀਜ਼। ਉਹ ਡਾਕਟਰ ਗੁਰਵੀਰ ਸਾਡਾ ਕੇਸ ਵੇਖ ਰਹੀ ਸੀ, ਉਹ ਕਿੱਥੇ ਨੇ? ਇਵਨ ਆਈ ਡੋਨਟ ਨੋ। ਪਿਛਲੇ 1-2 ਦਿਨ ਤੋਂ ਕਲੀਨਿਕ ਵੀ ਨਹੀਂ ਆਏ। मैं गुरवीर का फोन नहीं चुकती, पर फिर भी वो मैनू घट्टो घट्ट दिन 2 बार कॉल तक कर ही लेंदा है ते 2 दिन तो मैनू भी ओहदा कोई फोन नहीं आया। आखिर क्या कित्थे है गुरवीर? चल मैं तेरे लिए कुछ बना के ले आनी है। की खाना है तू दस? नहीं दीदी, मैंने भुख नहीं है। एवें किवें भुख नहीं है तेनू? दस, कुछ तो खाना ही पैना है। दीदी मैं क्या ना थानू, मेरा बिल्कुल भी मन नहीं कर रहा कुछ भी खाने का। बस कर पावनी बहू, ਹੁਣ ਤੂੰ ਬਹੁਤੇ ਡਰਾਮੇ ਜੇ ਨਾ ਕਰ ਤੇ ਮੇਰੀ ਇੱਕ ਗੱਲ ਘੁੱਟ ਕੇ ਲੜ ਬੰਨ ਲੈ। ਇਹ ਕੁੜੀ ਇਸ ਘਰ ਦਾ ਵਾਰਸ ਪੈਦਾ ਕਰ ਰਹੀ ਹੈ ਤੇ ਆ ਡਰਾਮੇ ਜੇ ਛੱਡ ਕੇ ਨਾ ਸਾਰਾ ਧਿਆਨ ਇਸ ਕੁੜੀ ਤੇ ਲਾ ਦੇ। ਤਾਂ ਸਾਰਾ ਕੁਝ ਪਹਿਲਾਂ ਹੀ ਇਸ ਘਰ 'ਚ ਮੇਰੀ ਮਰਜ਼ੀ ਦੇ ਖਿਲਾਫ ਹੋ ਰਿਹਾ ਤੇ ਉੱਤੋਂ ਹੁਣ ਤੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਭੱਜਦੀ ਹੈ। ਇਸੇ ਕਰਕੇ ਹੀ ਕਰਨ ਤੇਰੇ ਤੋਂ ਅੱਜ ਕੱਲ੍ਹ ਦੂਰ ਦੂਰ ਰਹਿਣ ਲੱਗ ਪਿਆ। बस करो भूआ जी, होर किन्ना सुनाओगे? इन्नी भी कोई लापरवाही नहीं हैगी पावनी भाभी। बस करनी कुड़िए तू, तेरे नाल तो मैं बाद च हिसाब किताब करती हाँ ना। आखिर पावनी बहू तू चाहती की है ना? आप तो तू बच्चा जम नहीं सकती। जेकर बगानी कुख का सहारा ले ही लिया ना तो थोड़ी जी जिम्मेवारी भी समझ। ते जेकर ये बच्चा सिरे नहीं ना चढ़ता ते ये कुड़ी ये बच्चा पैदा ना कर पाई तो साडी जमा इज्जत नहीं रहनी। नक च दम कीता होया तू। की हो गया लाजो जी? मेरी धी ने तुहाडे नक च किवें दम कीता होया? दसो मैनू की गल है? आखिर इत्थे चल की रहा है? मैनू कोई दसदा क्यों नहीं? आ हुण तुसीं आप ही देखो, मोना दी तबीयत खराब है तो मैं यही कह रही सी पावनी बहू कि इहदा ध्यान रखिया कर। ते पावनी बहू सारा दिन वो अनाथ बच्ची दे मगर भज्जी फिरदी है ते ये महारानी इत्थे बैठी कॉफियां ते कॉफियां पी जाती है। ये कॉफी तैनू पावनी ने दित्ती है मोना? नहीं अंकल जी, एक कॉफी तो मैं आप बना के ले आई सी। ਤਾਂ ਫਿਰ ਲਾਜੋ ਜੀ ਤੁਸੀਂ ਪਾਵਨੀ ਤੇ ਉਂਗਲ ਕਿਵੇਂ ਚੁੱਕੀ? ਮੋਨਾ ਕੋਈ ਬੱਚੀ ਤਾਂ ਨਹੀਂ ਜਿਹੜੀ ਜਾਣਦੀ ਨਾ ਹੋਵੇ ਕਿ ਪ੍ਰੈਗਨੈਂਸੀ 'ਚ ਕਾਫੀ ਪੀਣਾ ਮਨਾ ਹੁੰਦਾ ਹੈ। ਦੇਖੋ ਮੈਂ ਇਹ ਗੱਲ ਸਮਝਦਾ ਕਿ ਮਾਮਲਾ ਘਰ ਦੇ ਵਾਰਿਸ ਦਾ ਹੈ, ਪਰ ਕੀ ਪਾਵਨੀ ਪੁੱਤਰ ਨਹੀਂ ਚਾਹੁੰਦੀ ਕਿ ਉਹ ਮਾਂ ਹੋਣ ਦਾ ਸੁੱਖ ਮਾਣੇ? ਹਾਂ ਕਦੇ ਕਦੇ ਕੋਈ ਅਣਗਹਿਲੀ ਹੋ ਜਾਂਦੀ ਹੈ, ਪਰ ਇਹਦਾ ਮਤਲਬ ਇਹ ਨਹੀਂ कि मेरी धी लापरवाह है। नूं है तुहाडे घर दी, जद दी इस घर च ब्याह के आई है सारे घर नूं संभालदी है। थोड़ा ठंडे दिमाग तो काम लो समझन जी। मन्निया कि बोलदी नहीं, पर ਇਹਦਾ मतलब ਇਹ ਤਾਂ ਨਹੀਂ कि ਇਹਨੂੰ बुरा नहीं लगदा। ਇਹ कोई मशीन ਤਾਂ नहीं ਜਿਹੜੀ चुपचाप सारा काम करती रहूगी। ਤੁਹਾਨੂੰ भी पता है कि ਇਹਦੀ ਤਾਂ ਆਪ तबीयत खराब रहती है। ਧੀ ਦਾ ਪਿਓ ਆ,
ਇਸ ਕਰਕੇ ਹਲੀਫੀ ਨਾਲ ਗੱਲ ਕਰ ਰਿਹਾ। ਨਹੀਂ ਤਾਂ ਗੁਰੂ ਜੀ, ਤੁਹਾਨੂੰ ਫਸਾਉਣਾ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈ। ਤੁਹਾਡੀ ਕਾਲੀ ਦੁਨੀਆ ਦਾ ਕੱਲਾ ਕੱਲਾ ਰਾਜ਼ ਜਾਣਦਾ ਮੈਂ। ਮੇਰੀ ਧੀ 'ਚ ਮੇਰੀ ਜਾਨ ਵਸਦੀ ਹੈ। ਇਹਨੂੰ ਕੋਈ ਕੁਝ ਕਹੇ ਤਾਂ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਜਾਣਦੀਆਂ ਸਤਪਾਲ, ਬੜੀ ਚੰਗੀ ਤਰ੍ਹਾਂ ਜਾਣਦੀਆਂ ਕਿ ਤੇਰੀ ਧੀ ਤੇਰੀ ਕਮਜ਼ੋਰੀ ਹੈ। ਇਸੇ ਕਰਕੇ ਤੇਰੀ ਇੰਨੀ ਲੰਬੀ ਜ਼ੁਬਾਨ ਨਿਕਲ ਰਹੀ ਹੈ। ਨਹੀਂ ਤੁਸੀਂ ਸੱਚੀ ਗੱਲ ਕਹਿ ਰਹੇ ਹੋ ਸੰਦੀਪ ਜੀ। ਮੈਂ ਕੁਝ ਜ਼ਿਆਦਾ ਹੀ ਸਖਤ ਹੋ ਗਈ ਸੀ। ਮੈਂ ਤਾਂ ਬਸ ਇੰਨਾ ਸਮਝਾਉਣਾ ਚਾਹੁੰਦੀ ਸੀ ਕਿ ਜੇਕਰ ਮੋਨਾ ਇਸ ਘਰ ਦਾ ਵਾਰਸ ਪੈਦਾ ਕਰ ਹੀ ਰਹੀ ਹੈ ਨਾ, ਤਾਂ ਪਾਵਨੀ ਬਹੂ ਥੋੜਾ ਜਿਹਾ ਇਹਦੇ ਵੱਲ ਧਿਆਨ ਦੇ। ਦੇਖੋ ਨਾ, ਹੁਣ ਤਾਂ ਨਵੇਂ ਤਰੀਕਿਆਂ ਨਾਲ ਬੱਚੇ ਜੰਮੇ ਜਾ ਰਹੇ। ਆਸੇ-ਪਾਸੇ ਸਭ ਨੂੰ ਪਤਾ ਹੈ, ਜੇ ਕੋਈ ਊਚ ਨੀਚ ਹੋ ਗਈ ਤਾਂ ਲੋਕ ਤਾਂ ਸਾਡੇ ਤੇ ਹੱਸਣਗੇ ਨਾ। गलती हो गई भूआ जी, मैं सच्ची अजकल अनकेली परत रही सी, पर अज तो बाद मैं तुहानू कदे भी कहने का मौका नहीं देंगी। मोना दा मैं ज्यादा तो ज्यादा ध्यान रखांगी ते मोना नू भी मेरा साथ देना चाहिए। और मैं सारे लिए कुछ बना के ले आऊंगी। ਭਾਬੀ ਜੀ ਮੈਂ ਤੁਹਾਡੇ ਨਾਲ ਚੱਲਦੀ ਹਾਂ। ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਸਤਪਾਲ ਜੀ, ਆਇਓ ਜਰਾ। ਅੰਦਰ ਵਾਲੀ ਗੱਲ ਨੂੰ ਅੰਦਰ ਹੀ ਛੱਡ ਦਿਓ। ਉਹ ਹੁਣ ਗੁੱਸਾ ਛੱਡੋ ਵੀ ਸੰਧੀ ਜੀ। ਅਸਲ 'ਚ ਮੈਂ ਤਾਂ ਤੁਹਾਡੀ ਤਾਰੀਫ ਕਰਨਾ ਚਾਹੁੰਦੀ ਸੀ। ਆ ਗੁਰਵੀਰ ਦੀ ਦੂਜੇ ਸ਼ਹਿਰ 'ਚ ਬਦਲੀ ਕਰਵਾ ਕੇ ਨਾ, ਸੱਚੀ ਤੁਸੀਂ ਬੜਾ ਕਮਾਲ ਦਾ ਕੰਮ ਕੀਤਾ। ਉਹ ਵੀ ਇੰਨੀ ਛੇਤੀ। ਇਹ ਕੰਮ ਕੋਈ ਆਸਾਨ ਨਹੀਂ ਸੀ। ਆਸਾਨ ਕੰਮ ਤਾਂ ਮੈਂ ਕੋਈ ਕਰਦਾ ਵੀ ਨਹੀਂ ਹੁੰਦਾ ਲਾਜੋ ਜੀ। ਤੁਹਾਨੂੰ ਜ਼ੁਬਾਨ ਦਿੱਤੀ ਸੀ ਕਿ ਤੁਹਾਡਾ ਕੰਮ ਹੋ ਜਾਊਗਾ। ਤੇ ਇੱਕ ਗੱਲ ਹੋਰ, ਜਿਸ ਤਰ੍ਹਾਂ ਇਹ ਕੰਮ ਕੀਤਾ ਨਾ, ਇਵੇਂ ਕੰਨੋਂ ਕੰਨ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਗੁਰਵੀਰ ਦੀ ਬਦਲੀ ਪਿੱਛੇ ਮੇਰਾ ਹੱਥ ਹੈ। ਤੇ ਇਹ ਕੰਮ ਵੀ ਇਸੇ ਤਰ੍ਹਾਂ ਤੁਸੀਂ ਤਰੀਕੇ ਨਾਲ ਹੀ ਕਰਨਾ ਹੈ। ਮੈਂ ਤਾਂ ਹਰ ਕੰਮ ਹੀ ਤਰੀਕੇ ਨਾਲ ਕਰਦਾ ਹੁੰਨਾ, ਪਰ ਤੁਸੀਂ ਪਾਵਨੀ ਪੁੱਤਰ ਲਈ ਆਪਣੇ ਰਵੱਈਏ ਨੂੰ ਥੋੜਾ ਜਿਹਾ ਕਾਬੂ 'ਚ ਰੱਖਿਆ ਕਰੋ। ਮੈਂ ਕੁਝ ਵੀ ਬਰਦਾਸ਼ਤ ਕਰ ਸਕਦਾ, ਪਰ ਆਪਣੀ ਧੀ ਰਾਣੀ ਦੀਆਂ ਅੱਖਾਂ 'ਚ ਹੰਝੂ ਨਹੀਂ ਵੇਖ ਸਕਦਾ। ਅੱਗੇ ਤੋਂ ਥੋੜਾ ਜਿਹਾ ਖਿਆਲ ਰੱਖਣਾ। ਚਲਾकर ਪਾਉਚੀ ਹੁੰਦੇ ਤਾਂ ਕਿੰਨੇ ਚੰਗੇ ਦਿਨ ਹੋਣੇ ਸੀ। ਜਦੋਂ ਉਹਨਾਂ ਨੂੰ ਪਤਾ ਚੱਲਣਾ ਸੀ ਨਾ ਕਿ ਮੈਂ ਨੂਰ ਸਕੂਲ 'ਚ ਪੜ੍ਹਨ ਲੱਗ ਗਈ ਹਾਂ, ਤਾਂ ਉਹਨਾਂ ਨੇ ਕਿੰਨਾ ਖੁਸ਼ ਹੋਣਾ ਸੀ। ਪਰ ਜੇ ਤੁਸੀਂ ਮੇਰੇ ਨਾਲ ਹੁੰਦੇ ਨਾ, ਤਾਂ ਮੈਨੂੰ ਕਿਸੇ ਹੋਰ ਸਕੂਲ 'ਚ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ, ਕਿਉਂਕਿ ਜਿੰਨਾ ਮੈਂ ਸਕੂਲ 'ਚ ਸਿੱਖਣਾ ਸੀ, ਉਸ ਤੋਂ ਬਾਅਦ ਤੁਸੀਂ ਮੈਨੂੰ ਸਿਖਾ ਦੇਣਾ ਸੀ। ਇੰਗਲਿਸ਼ ਲਈ ਤਾਂ ਮੈਨੂੰ ਆਪ ਮਿਹਨਤ ਕਰਨੀ ਪੈਣੀ ਹੈ। ਤੁਸੀਂ ਇਹ ਚਾਹੁੰਦੇ ਤਾਂ ਮੈਂ ਕਿੰਨੀ ਮਿਹਨਤ ਕਰ ਲੈਂਦੀ। ਮੈਨੂੰ ਅੱਜ ਤੁਹਾਡੀ ਹਰ ਇੱਕ ਗੱਲ ਯਾਦ ਆ ਰਹੀ ਹੈ, ਤੁਹਾਡੀਆਂ ਸਿਖਾਈਆਂ ਹੋਈਆਂ ਗੱਲਾਂ, ਤੁਹਾਡੀ ਸਿਖਾਈ ਹੋਈ ਮਾਤਾ ਰਾਣੀ ਦੇ ਸ਼ਲੋਕ। ਫਿਰ ਜਦੋਂ ਰਾਤ ਨੂੰ ਤੁਸੀਂ ਮੈਨੂੰ ਕਹਾਣੀਆਂ ਸੁਣਾਇਆ ਕਰਦੇ ਸੀ ਤੇ ਮੈਂ ਸੋ ਜਾਂਦੀ ਸੀ। ਮੈਨੂੰ ਤੁਹਾਡੀ ਬੜੀ ਯਾਦ ਆਉਂਦੀ ਹੈ ਬਾਊ ਜੀ। ਮੈਨੂੰ ਸਭ ਕੁਝ ਯਾਦ ਆ ਰਿਹਾ ਹੈ। ਤੁਸੀਂ ਮੇਰਾ ਕਿੰਨਾ ਧਿਆਨ ਰੱਖਦੇ ਸੀ ਤੇ ਮੈਨੂੰ ਕਿੰਨਾ ਪਿਆਰ ਕਰਦੇ ਸੀ। ਮੈਂ ਵੀ ਤੁਹਾਨੂੰ ਪਿਆਰ ਕਰਦੀ ਸੀ ਨਾ। ਜਿਹੜੇ ਵੀ ਤੁਸੀਂ ਸੁਪਨੇ ਲਏ ਸੀ ਨਾ, ਮੈਂ ਉਹਨੂੰ ਪੂਰਾ ਕਰਕੇ ਜ਼ਰੂਰ ਦਿਖਾਵਾਂਗੀ। ਮੈਂ ਜਾਣਦੀ ਹਾਂ ਤੁਸੀਂ ਕਿੰਨਾ ਖੁਸ਼ ਹੋਣਾ ਸੀ। ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਚਾਹੇ ਤੁਸੀਂ ਨਹੀਂ ਰਹੇ, ਪਰ ਤੁਹਾਡੇ ਸੁਪਨੇ ਮੈਂ ਹਲੇ ਵੀ ਆਪਣੇ ਦਿਲ ਅੰਦਰ ਚਾਂਦੀ ਰੱਖੇ ਹੋਏ ਨੇ। ਮੈਂ ਉਹਨਾਂ ਨੂੰ ਜ਼ਰੂਰ ਪੂਰਾ ਕਰਾਂਗੀ ਤੇ ਤੁਹਾਡਾ ਨਾਂ ਰੋਸ਼ਨ ਕਰਾਂਗੀ ਬਾਊ ਜੀ।
किवें है पुत्र? जय माता दी अंकल जी। जय माता दी, जय माता दी। होर सुना, तेरे नवे स्कूल च तेरी पढ़ाई किवें चल रही है? चंगा ते लग रहा ना? हाँ अंकल जी, साडी टीचर ने सानू एक एक्टिविटी दी है कि ਅਸੀਂ ਨਾ ਘਰ ਦੇ ਕੰਮ ਕਰਨੇ ਨੇ ਤੇ ਉਸ ਵਿੱਚ ਸਾਡੇ ਮਾਪੇ ਸਾਨੂੰ ਪੈਸੇ ਦੇਣਗੇ। ਸਾਡੀ ਟੀਚਰ ਕਹਿੰਦੀ ਹੈ ਕਿ ਇਸ ਨਾਲ ਬੱਚਿਆਂ ਨੂੰ ਪੈਸੇ ਦੀ ਵੈਲਿਊ ਵੀ ਸਮਝ ਆਉਂਦੀ ਹੈ। ओ शाबाश पुत्र, शाबाश। ਇਸ ਨਾਲ ਨਾ ਬੱਚਿਆਂ ਨੂੰ ਮਿਹਨਤ ਕਰਨ ਦੀ ਵੀ ਆਦਤ ਪੈਂਦੀ ਹੈ। ਵੈਸੇ ਇਹ ਡਾਇਰੀ ਕਿਹਦੀ ਹੈ? ये डायरी मेरे बाबूजी की है, उन्होंने लिखी है। ये हिंदी में लिखी हुई है पर मैंने पढ़नी नहीं आती। मैं एक पन्ना सुपर आंटी तो पढ़वाया सी। मेरे बाबूजी का सुपना सी कि मैं पढ़ लिख के अपना नाम रोशन करा। तुसी एक दिन देखना, मैं मेरे बाबूजी का सुपना जरूर पूरा करांगी। ਮੈਨੂੰ ਪੂਰਾ ਯਕੀਨ ਹੈ ਪੁੱਤਰ ਕਿ ਤੂੰ ਇੱਕ ਦਿਨ ਉਹ ਸੁਪਨਾ ਜ਼ਰੂਰ ਪੂਰਾ ਕਰੇਂਗੀ। आज मैं सुपर आंटी नु कहांगी ओ इस डायरी नु अगे पढ़ के सुनान। बस मैं ये पता लाना है कि इस डायरी च सुरिंदर ने पावनी ते मेहर बारे तो नहीं कुछ लिखा? जे किते पावनी ने पढ़ लिया तो बहुत बड़ी मुसीबत खड़ी हो जानी है। लिया, मैं तेनू ये डायरी पढ़ के सुनाऊना, जे तेनू बुरा ना लगे तो। सच्ची अंकल जी? मैंने तो बाबूजी की याद आ रही सी, पढ़ो ना छेती। बहुत साऊ है। लो फिर सुनो, तेरे बाबूजी की लिखते ने? वो लिखते ने, मैं ड्राइवरी करके घर चलाता हूँ। मुझे अपने दोनों बेटों तेजी और जस्सी से बड़ी उम्मीदें थी। दिल के दोनों बड़े अच्छे हैं। आगे लिखते ने, जब से मेहर मेरे घर में आई है मेरा घर में दिल लगने लगा है। बड़ी ही प्यारी बच्ची है। घर वाले तो इसे रखना नहीं चाहते थे पर मैं नहीं माना। मैंने ही बड़े प्यार से माता चिंतपूर्णी के सामने जाकर मेहर का नाम रखा था। जैसे जैसे मेहर बड़ी होती जा रही है और भी समझदार बनती जा रही है, सुबह शाम मंदिर में जाकर जोत जलाती है और माता चिंतपूर्णी को ही अपनी मां मानती है। मेहर 5 साल की हो चुकी है। दूसरे बच्चों को अपनी मां के साथ खेलता देखकर उसके मन में भी अपनी मां का ख्याल आने लगा है और वो अपनी मां को ढूंढना चाहती है। हाँ, मैं अपनी मां ਨੂੰ तड़पना चाहनी हूँ। बस वो मिल जावे। तुसी अगे पढ़ो ना अंकल जी। हाँ, अगे लिखते ने, आज मैं बड़ा दुखी हूँ क्योंकि मेहर अकेली ही दीपू के साथ अपनी माँ को ढूंढने के लिए निकल गई थी। वो तो शुक्र है माता रानी का वो सही सलामत घर लौट आई, वरना पता नहीं क्या हो जाता। मेहर ने घर की दीवार पर अपनी माँ की फोटो बनाई हुई है। आज मैंने उसे अपनी माँ की फोटो के पास बैठकर रोते हुए देखा। आज ही पावनी भी हमारे घर आई, जिसे देखकर मुझे फिर से वो दिन याद आ गए जब मैं मेहर को घर लेकर आया था। साहब जी, तुसी पावनी बेटी नू की जवाब दोगे? उसकी फिक्र तू ना कर, वो मेरी अपनी धी है। मैं उसनू आपे समझा लवांगा। बस तू एक गल दा ख्याल रखी कि इस बच्ची नू किते दूर छड़ के आउण तो बाद
तू भी कुछ दिनों लिए पिंड चला जाई। उस दिन डिवाइन हॉस्पिटल में मेहर का जन्म हुआ था। मेहर की मां ने अपने पापा की मर्जी के खिलाफ जाकर शादी की थी, इसलिए उसके पिता ने उससे हर नाता तोड़ दिया। जब उन्हें पता चला कि वो मां बनने वाली है तो उसके मन में फिर से प्यार जग गया और वो खुद उसे डिवाइन हॉस्पिटल लेकर आए। मेहर के पापा पीछे अपनी मोटरसाइकिल पर आ रहे थे। इधर मेहर का जन्म हुआ, उधर उसके पापा रोड एक्सीडेंट में मारे गए। अब जवान बेटी का विधवा हो जाना उसके पापा के लिए बहुत बड़ा झटका था। और फिर एक विधवा जिसके कोई बच्चा नहीं, उससे कौन शादी करता। पापा के दिमाग में इस बात ने डर पैदा कर दिया। उन्होंने उस बच्ची को खत्म करने का मन बना लिया। उसके गले में माता रानी का लॉकेट डाल और मेरे हाथ में पकड़ा दिया और कुछ पैसे देकर उस बच्ची को खत्म करने के लिए कह दिया। मैं अंदर तक कांप गया, मगर अपने मालिक की बात से पीछे नहीं हटा। अंकल जी की होया? तुसी तो अपने आप पे चुप पड़न लग गए। हाँ, एक मिनट पुत्र, एक मिनट। मेरा ज़मीर नहीं माना कि मैं उस बच्ची को खत्म कर दूं, इसलिए मैंने उसे पालने का फैसला किया और अपने घर ले आया। आज कई सालों बाद जब पावनी बेटी मेरे घर आई तो मैंने उसे अपनी औलाद के लिए तड़पता देखा। इधर मेहर अपनी माँ के लिए तड़प रही थी। मैं कुछ ना बोल पाया। पता नहीं जिंदगी में कभी बोल भी पाऊंगा या नहीं कि पावनी ही मेहर की असली माँ है और मेहर जिस माँ को ढूंढ रही है वो पावनी ही है। की होया अंकल जी? बेटा जरा पानी तो ले आई। ਪਾਵਨੀ ਦੇ ਪਾਪਾ ਇਸ ਡਾਇਰੀ ਵਿੱਚੋਂ ਪੇजेस ਕਿਉਂ ਫਾੜ ਰਹੇ ਨੇ? ਇਹ ਕੀ ਲੁਕਾਉਣਾ ਚਾਹੁੰਦੇ ਨੇ? थैंक यू पुत्र। ਅੱਗੇ ਪੜ੍ਹਨਾ ਅੰਕਲ ਜੀ। ਪਾਉ ਜੀ ਦੀ ਡਾਇਰੀ ਵਿੱਚ ਮੇਰੇ ਤੋਂ ਤਾਂ ਪੜ੍ਹਿਆ ਨਹੀਂ ਜਾਂਦਾ, ਇਸ ਲਈ ਤਾਂ ਤੁਹਾਨੂੰ ਪੜ੍ਹਨ ਲਈ ਕਿਹਾ। ਅੱਗੇ ਕੁਝ ਜ਼ਿਆਦਾ ਨਹੀਂ ਲਿਖਿਆ, ਬਸ ਇੰਨਾ ਹੀ ਲਿਖਿਆ ਕਿ ਮਿਹਰ ਬੇਟੀ ਬਹੁਤ ਤਰੱਕੀ ਕਰੇ, ਬਹੁਤ ਅੱਗੇ ਤੱਕ ਜਾਵੇ। ਉਹ ਉਸ ਜਗ੍ਹਾ ਤੇ ਜਾਵੇ ਜਿੱਥੇ ਹਰ ਕੋਈ ਉਸ ਦੀ ਇੱਜ਼ਤ ਕਰੇ। आला डायरी। पर अंकल जी पहले तो तुसी मेरे बाबूजी ने अपने कोल बुला लिया, हुण तुसी मैनू ये नहीं दस रहे हो कि मेरी मां कित्थे है।
ਬਾਊ ਜੀ ਜਦ ਮਾਤਾ ਰਾਣੀ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਸੀ ਤਾਂ ਤੁਸੀਂ ਕਹਿ ਦੇਣਾ ਸੀ ਨਾ ਕਿ ਮੇਰੇ ਪਿੱਛੋਂ ਮੇਹਰ ਨੂੰ ਮੇਰੀ ਬੜੀ ਯਾਦ ਆਣੀ ਹੈ। ਸੱਚੀ ਬਾਊ ਜੀ ਮੇਰਾ ਦਿਲ ਤਾਂ ਕਰਦਾ ਹੈ ਨਾ ਕਿ ਮੈਂ ਤੁਹਾਡੇ ਨਾਲ ਬਹਿ ਕੇ ਬੜੀ ਸਾਰੀਆਂ ਗੱਲਾਂ ਕਰਾਂ, ਤੁਹਾਡੇ ਹੱਥ ਦਾ ਖਾਣਾ ਖਾਵਾਂ, ਤੁਹਾਡਾ ਹੱਥ ਫੜ ਕੇ ਘੁੰਮਣ ਜਾਵਾਂ। ਪਰ ਹੁਣ ਇਹ ਸਭ ਕਦੀ ਵੀ ਨਹੀਂ ਹੋਣਾ, ਕਦੀ ਵੀ ਨਹੀਂ।